ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਮ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਤੇ ਨਜ਼ਰ ਮਾਰਾਂਗੇ। ਚੱਲਦੇ ਆਪਣੇ ਸਪੋਂਸਰਸ ਵੱਲ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਚੂਪਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ, ਟਰੱਕਾਂ ਤੇ ਟ੍ਰੇਲਰਾਂ ਦੀ ਰਿਪੇਅਰ ਵੀ ਕਰਦੇ ਨੇ। ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 5596851260। ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਪਹਿਲਾਂ ਗੱਲ ਕਰਦੇ ਹਾਂ ਮੀਂਹ ਦੀ, ਕਿ ਮੀਂਹ ਇੰਨਾ ਪੈ ਗਿਆ ਕਿ ਉਸਨੇ ਕਿਸਾਨ ਨਿਹਾਲ ਕੀਤੇ। ਬਿਲਕੁਲ ਜੀ, ਐਕਚੁਅਲੀ ਫੱਗਣ ਦੇ ਇਸ ਪਏ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਆ ਜੀ ਉਹ ਰੌਣਕ ਲਿਆਂਦੀ ਆ। ਮਾਹਰ ਜਿਹੜੇ ਆ ਉਹ ਦੱਸਦੇ ਆ ਕਿ ਇਸ ਮੀਂਹ ਦੇ ਨਾਲ ਜਿਹੜੀ ਕਣਕ ਹੈ ਉਹ ਹੋਰ ਭਰਵੀਂ ਹੋਊਗੀ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਤਾਪਮਾਨ ਸੀਗਾ ਉਹ ਕਾਫੀ ਅੱਪ ਜਾਣਾ ਸ਼ੁਰੂ ਹੋ ਗਿਆ ਸੀਗਾ, ਔਰ ਦਿਨ ਦਾ ਤਾਪਮਾਨ 23 ਡਿਗਰੀ ਤੱਕ ਪਹੁੰਚ ਗਿਆ ਸੀ। ਜਿਹੜਾ ਇਹ ਕਿਹਾ ਜਾਂਦਾ ਕਿ ਅਜੇ ਜਦੋਂ ਕਿ ਬੂਟਾ ਕਰ ਰਹੀ ਹੈ ਕਣਕ ਤੇ ਉਹਨੇ ਸਿੱਟਿਆਂ ਦੇ ਉੱਤੇ ਆਉਣਾ, ਉਹਦੇ ਵਾਸਤੇ ਕੋਈ ਬਹੁਤਾ ਚੰਗਾ ਨਹੀਂ ਗਿਣਿਆ ਜਾਂਦਾ। ਹੁਣ ਜਿਹੜਾ ਮੀਂਹ ਹੈ ਜੀ ਉਹ ਤਕਰੀਬਨ ਸਮੁੱਚੇ ਪੰਜਾਬ ਦੇ ਵਿੱਚ ਭਰਵਾਂ ਪਿਆ। ਹੁਣ ਤੋਂ ਕੁਝ ਸਮਾਂ ਪਹਿਲਾਂ ਮੀਂਹ ਜਿਹੜਾ ਜੀ ਉਹ ਥੰਮਿਆ। ਤਕਰੀਬਨ 24 ਘੰਟੇ ਦੇ ਦੌਰਾਨ ਜਿਹੜਾ ਰੋਪੜ ਦੇ ਵਿੱਚ ਸਭ ਤੋਂ ਵੱਧ ਮੀਂਹ ਪਿਆ 21.5 ਮਿਲੀਮੀਟਰ, ਤੇ ਘੱਟ ਜਿਹੜਾ ਜੀ ਉਹ ਗੁਰਦਾਸਪੁਰ ਦੇ ਵਿੱਚ ਪਿਆ 18.3 ਮਿਲੀਮੀਟਰ। ਪੰਜਾਬ ਦਾ ਕੋਈ ਡਿਸਟ੍ਰਿਕਟ ਨਹੀਂ ਹੈ ਜੀ ਜਿੱਥੇ ਮੀਂਹ ਨਹੀਂ ਪਿਆ। ਹਾਂ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਮਾਨਸਾ ਦੇ ਵਿੱਚ ਘੱਟ ਜਿਹੜਾ ਜੀ ਮੀਂਹ ਪਿਆ, ਕਿਣਮਿਣ ਹੋਈ ਆ। ਬਾਕੀ ਥਾਵਾਂ ਦੇ ਉੱਤੇ ਮੂਹਰੇ ਧਾਰ ਜਿਹੜਾ ਜੀ ਉਹ ਮੀਂਹ ਪਿਆ, ਔਰ ਕਿਸਾਨਾਂ ਦੇ ਵਾਸਤੇ ਕਾਫੀ ਲਾਹੇਵੰਦ ਹੈ। ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਜ਼ੀਰਾ ਤੇ ਤਲਵੰਡੀ ਭਾਈ ਦੇ ਨੇੜੇ ਆਏ ਚੱਕਰਵਰਤੀ ਜਿਹੜਾ ਤੂਫਾਨ ਸੀਗਾ ਕੁਝ ਮਿੰਟਾਂ ਦੇ ਵਾਸਤੇ ਆਇਆ ਹੈ। ਜਿੱਧਰ ਦੀ ਲੰਘਿਆ ਇਹਨੇ ਟੀਨਾਂ ਵਾਲੀਆਂ ਜਿਹੜੀਆਂ ਛੱਤਾਂ ਸੀਗੀਆਂ ਉਹ ਉਡਾ ਦਿੱਤੀਆਂ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਜਿਹੜਾ ਜੀ ਉਹ ਨਹੀਂ ਹੋਇਆ। ਨਵਾਂ ਸ਼ਹਿਰ ਦਾ ਪਿੰਡ ਆ ਮੂਸਾਪੁਰ, ਉੱਥੇ ਇੱਕ ਦਰਖਤ ਜਿਹੜਾ ਸੀਗਾ ਉਹ ਡਿੱਗ ਪਿਆ ਸਕੂਲ ਦੇ ਉੱਤੇ। ਬੱਚੇ ਇਹਦੇ ਵਿੱਚ ਜਿਹੜਾ ਦੀ ਬਚਾਅ ਹੋ ਗਿਆ, ਇੰਨਾ ਕੁ ਨੁਕਸਾਨ ਹੋਇਆ। ਅਦਰਵਾਈਜ਼ ਓਵਰਆਲ ਪੰਜਾਬ ਦੇ ਵਿੱਚ ਇਸ ਪਏ ਮੀਂਹ ਨੇ ਜਿੱਥੇ ਪੂਰਾ ਸਮੁੱਚਾ ਵਾਤਾਵਰਨ ਜਿਹੜਾ ਜੀ ਉਹ ਧੋ ਕੇ ਰੱਖ ਦਿੱਤਾ, ਬਿਲਕੁਲ ਸਾਫ਼ ਸੁਥਰਾ ਕਰਤਾ, ਪੋਲਿਊਸ਼ਨ ਜਿਹੜਾ ਜੀ ਉਹ ਸਾਫ਼ ਹੋਇਆ, ਔਰ ਇਹਦੇ ਨਾਲ ਕਣਕਾਂ ਦੇ ਵਾਸਤੇ ਇਹ ਵੀ ਬਹੁਤ ਲਾਹੇਵੰਦ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਪਹਾੜੀ ਬਰਫ਼ਬਾਰੀ ਜਿਹੜੀ ਹੈ ਜੀ ਉਹ ਹੋਈ ਆ। ਸ਼੍ਰੀਨਗਰ ਦੇ ਵਿੱਚ ਵੀ ਬਰਫ਼ਬਾਰੀ ਜਿਹੜੀ ਹੋਈ ਆ, ਜਿਹਦੇ ਨਾਲ ਇਹ ਸਮੁੱਚਾ ਨਾਰਦਰਨ ਖਿੱਤਾ ਪੰਜਾਬ, ਹਰਿਆਣਾ, ਹਿਮਾਚਲ ਜਿਹੜਾ ਜੀ ਉਹ ਠੰਡ ਦੀ ਜਕੜ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਆ ਗਿਆ। ਪਰ ਇਹ ਠੰਡ ਜਿਹੜੀ ਹੈ ਜੀ ਉਹ ਹਰ ਪੱਖ ਤੋਂ ਚੰਗੀ ਕਹੀ ਜਾ ਰਹੀ ਹੈ। ਜਿਹੜੀਆਂ ਸੁੱਕੀ ਖੰਘ ਵਗੈਰਾ ਤੇ ਹੋਰ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਸੀ, ਉਹਦੇ ਤੋਂ ਜਿਹੜਾ ਬਚਾਓ ਹੋਊਗਾ ਇਹ, ਔਰ ਨਾਲ ਦੀ ਨਾਲ ਫਸਲਾਂ ਦੇ ਵਾਸਤੇ ਬਹੁਤ ਲਾਹੇਵੰਦ ਇਹ ਮੀਂਹ ਕਿਹਾ ਜਾ ਰਿਹਾ ਜੀ ਇਸ ਸਿਆਲ ਦਾ ਤਕਰੀਬਨ ਜਾਂਦਾ ਜੀ। ਬਿਲਕੁਲ ਮਾਰਚ ਵਿੱਚ ਨਾ ਜੀ ਆ ਜਾਵੇ ਜਦੋਂ ਫਸਲਾਂ ਪੱਕ ਜਾਂਦੀਆਂ। ਤੇ ਅੱਗੇ ਮੋਹਨ ਭਾਗਵਤ ਦੀ ਜੇ ਗੱਲ ਕਰੀਏ ਤੇ ਉਸ ਦੇ ਬਿਆਨ ਨੇ ਸਿਆਸਤ ਗਰਮਾਈ। ਬਿਲਕੁਲ ਜੀ, ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਜਦੋਂ ਸਰਕਾਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਮੁਸੀਬਤ ਆਉਂਦੀ ਹੈ, ਲੋਕ ਜਿਹੜੇ ਆ ਉਹ ਸਰਕਾਰ ਨੂੰ ਘੇਰਦੇ ਆ, ਚਾਹੇ ਉਹ ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਰੂਪੀ ਹੋਵੇ, ਜੋ ਕੁਛ ਜਿਹੜਾ ਜੀ ਉਹਨੇ ਰੇਣੂਕਾ ਚੌਧਰੀ ਹੋਰਾਂ ਦੇ ਬਾਰੇ ਦੇ ਵਿੱਚ ਕਹਿ ਦਿੱਤਾ ਸੀਗਾ, ਜਾਂ GST ਵਾਲਾ ਮੁੱਦਾ ਹੋਵੇ, ਪਕੌੜਿਆਂ ਵਾਲਾ ਮੁੱਦਾ ਹੋਵੇ। ਇਸ ਮਾਮਲੇ ਦੇ ਉੱਤੇ ਸਰਕਾਰ ਚੌਤਰਫਾ ਜਿਹੜੀ ਜੀ ਉਹ ਕਰ ਰਹੀ ਸੀ, ਤੇ ਜਦੋਂ ਘਿਰਦੇ ਫਿਰ ਕੋਈ ਨਾ ਕੋਈ ਵਿਵਾਦਤ ਬਿਆਨ ਜਿਹੜਾ ਨਾ ਜੀ ਉਹ ਦਿੱਤਾ ਜਾਂਦਾ ਤਾਂ ਕਿ ਧਿਆਨ ਜਿਹੜਾ ਉਹ ਡਾਈਵਰਟ ਕੀਤਾ ਜਾ ਸਕੇ। ਮੋਹਨ ਭਾਗਵਤ ਹੋਰਾਂ ਨੇ RSS ਦੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਇਹ ਗੱਲ ਆਖੀ ਕਿ RSS ਜਿਹੜੀ ਆ ਉਹ ਫੌਜ ਨਾਲੋਂ ਕਿਤੇ ਵੱਧ ਤੇਜ਼ੀ ਦੇ ਨਾਲ ਜਵਾਨ ਤਿਆਰ ਕਰਦੀ ਹੈ। RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸੰਘ ਪਰਿਵਾਰ ਜਿਹੜਾ ਉਹ ਆਪਣਾ ਫੌਜ ਜਿਹੜੀ ਹੈ ਜੀ ਉਹ 3 ਦਿਨਾਂ ਦੇ ਵਿੱਚ ਤਿਆਰ ਕਰ ਦਿੰਦਾ ਇੱਕ ਫੌਜੀ ਨੂੰ, ਜਦੋਂ ਕਿ ਜਿਹੜੀ ਭਾਰਤ ਦੀ ਫੌਜ ਹੈ ਉਹ ਇੱਕ ਫੌਜੀ ਨੂੰ ਤਿਆਰ ਕਰਦਿਆਂ 6 ਤੋਂ 7 ਮਹੀਨੇ ਜਿਹੜੇ ਆ ਜੀ ਉਹ ਲਾ ਦਿੰਦੀ ਆ। ਮੋਹਨ ਭਾਗਵਤ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਆਖੀ ਕਿ ਸਾਡੀ ਸਮਰੱਥਾ ਹੈ, ਜੇ ਮੁਲਕ ਨੂੰ ਕਿਤੇ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਤਾਂ ਸੰਵਿਧਾਨ ਨੇ ਇਜਾਜ਼ਤ ਦਿੱਤੀ ਤਾਂ ਸਵੈ
स्वै सेवक संघ जिहड़े है जी वो हरेक महाज दे उत्ते ਤਾਇਨਾਤੀ ਦੇ ਵਾਸਤੇ ਜਿਹੜਾ ਜੀ ਉਹ ਡਟ ਜਾਊਗਾ। ਇਹਦਾ ਵਿਰੋਧ ਜਿਹੜਾ ਸੀਗਾ ਜੀ ਉਹ ਰਾਹੁਲ ਗਾਂਧੀ ਹੋਰਾਂ ਨੇ ਇੱਕ ਟਵੀਟ ਕਰਕੇ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਮੁੱਚੇ ਮੁਲਕ ਵਾਲਿਆਂ ਦੀ ਔਰ ਮੁਲਕ ਦੀ ਫੌਜ ਦੀ ਬੇਇੱਜ਼ਤੀ ਕਰਨ ਦੀ ਗੱਲ ਜਿਹੜੀ ਆ ਮੋਹਨ ਭਾਗਵਤ ਹੋਰਾਂ ਨੇ ਕੀਤੀ ਆ। ਮਸਲਾ ਭਖ ਗਿਆ। ਇੱਕ ਤਾਂ ਜਿਹੜੇ ਕੇਂਦਰੀ ਮੰਤਰੀ ਆ ਕਿਰਨ ਰਿਜੀਜੂ ਉਹ ਪਿੱਛ ਦੇ ਉੱਤੇ ਆ ਗਏ ਮੋਹਨ ਭਾਗਵਤ ਹੋਰਾਂ ਦੇ ਔਰ ਜਿਹੜਾ ਜੀ RSS ਹੈ ਹੁਣ ਉਹਨੇ ਸਫਾਈ ਦਿੱਤੀ ਆ ਕਿ ਭਾਰਤੀ ਫੌਜ ਦੀ ਤੁਲਨਾ ਸੰਘ ਦੇ ਵੋਲੰਟੀਅਰਸ ਦੇ ਨਾਲ ਨਹੀਂ ਕੀਤੀ ਤੇ ਉਹਦੇ ਬਿਆਨ ਨੂੰ ਗਲਤ ਢੰਗ ਦੇ ਨਾਲ ਜਿਹੜਾ ਜੀ ਉਹ ਲਿਆ ਗਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਜਾਣਬੁੱਝ ਕੇ ਇਹਨੂੰ ਜਿਹੜਾ ਜੀ ਉਹ ਪਛਾੜ ਰਹੀ ਆ। ਵੈਸੇ ਦੇ ਰਿਕਾਰਡ ਤੁਸੀਂ ਦੇਖ ਲਓ, ਲੜਾਈਆਂ ਜਿੰਨੀਆਂ ਪਾਕਿਸਤਾਨ ਦੇ ਨਾਲ ਹੋਈਆਂ ਨੇ 65 ਵਾਲੀ ਜੰਗ ਹੈ, 72 ਵਾਲੀ ਜੰਗ ਹੈ, ਚਾਹੇ ਉਹ ਜਿਹੜੀ ਜੀ ਉਸ ਤੋਂ ਬਾਅਦ ਜਿਹੜੀ ਪਹਾੜਾਂ ਦੇ ਉੱਤੇ ਜਿਹੜੀ ਹੋਈ ਜੰਗ ਹੈ ਉਹਦੇ ਵਿੱਚ ਕਿੰਨੇ ਕੁ ਸਵੈਮ ਸੇਵਕ ਸੰਘ ਦੇ ਕਾਰਕੁਨ ਸੀਗੇ ਜਿਨ੍ਹਾਂ ਨੇ ਸਰਹੱਦਾਂ ਦੇ ਉੱਤੇ ਜਾ ਕੇ ਇਹ ਲੜਾਈ ਲੜੀ। ਸ਼ਾਇਦ ਇਹਦਾ ਕੋਈ ਰਿਕਾਰਡ ਜਿਹੜਾ ਜੀ ਕਿਤੇ ਮਿਲਦਾ ਹੋਵੇ। ਜਾਂ ਇਸ ਤੋਂ ਪਿੱਛੇ ਚੱਲ ਜਾਓ, ਜਿਹੜੀ ਭਾਰਤ ਦੀ ਆਜ਼ਾਦੀ ਦੀ ਲੜਾਈ ਸੀ ਸਵੈਮ ਸੇਵਕ ਸੰਘ ਤਾਂ ਉਦੋਂ ਵੀ ਹੈਗੀ ਸੀਗੀ, ਉਹਨੇ ਕਿੰਨੀਆਂ ਕੁ ਉਦੋਂ ਜਿਹੜੀਆਂ ਸੀ ਉਹ ਕੁਰਬਾਨੀਆਂ ਦਿੱਤੀਆਂ। ਇਹਦਾ ਕੋਈ ਰਿਕਾਰਡ ਜਿਹੜਾ ਜੀ ਉਹ ਕਿਸੇ ਜਗ੍ਹਾ ਦੇ ਉੱਤੇ ਮਿਲਦਾ ਹੋਵੇ ਤਾਂ ਮੇਰਾ ਖਿਆਲ RSS ਨੂੰ ਜਾਂ ਮੋਹਨ ਭਾਗਵਤ ਹੋਰਾਂ ਨੂੰ ਉਹ ਜ਼ਰੂਰ ਸ਼ੇਅਰ ਕਰ ਦੇਣਾ ਚਾਹੀਦਾ ਲੋਕਾਂ ਦੇ ਨਾਲ ਕਿ ਫਲਾਂ ਸਮੇਂ ਦੇ ਉੱਤੇ ਇਹਨਾਂ ਦੇ ਜਿਹੜੇ ਸੰਘ ਪਰਿਵਾਰ ਦੇ ਮੈਂਬਰ ਸੀ ਉਹਨਾਂ ਨੇ ਇਉਂ ਜਾ ਕੇ ਜਿਹੜੀ ਸੀਗੀ ਉਹ ਲੜਾਈ ਬਈ ਲੜੀ ਸੀਗੀ ਸਰਹੱਦਾਂ ਦੇ ਉੱਤੇ। ਤਾਂ ਕਰਕੇ ਉਹ ਕਹਿ ਰਿਹਾ ਕਿ ਅਸੀਂ ਫੌਜੀ 3 ਦਿਨ ਤਿਆਰ ਕਰ ਦਿੰਦੇ ਹਾਂ, ਜਦੋਂ ਕਿ ਫੌਜ ਜਿਹੜੀ ਹੈ ਉਹ ਇੱਕ ਫੌਜੀ ਤਿਆਰ ਕਰਦੇ ਆ 6 ਤੋਂ 7 ਮਹੀਨੇ ਲਾ ਦਿੰਦੀ ਹੈ। ਬਿਲਕੁਲ ਜੀ, ਇਹਨਾਂ ਨੂੰ ਟ੍ਰੇਨਿੰਗ ਸੈਂਟਰ ਖੋਲ੍ਹਣਾ ਚਾਹੀਦਾ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਇਹਨਾਂ ਦਾ ਮਿਲਦਾ ਹੈਗਾ ਆ, ਜਦੋਂ ਆਜ਼ਾਦੀ ਦੀ ਲੜਾਈ ਲੜਦੇ ਸੀ ਇਹ ਗਦਾਰੀਆਂ ਕਰਦੇ ਸੀਗੇ, ਉਦੋਂ ਇਹਨਾਂ ਦਾ ਰੈਕਡ ਹੈਗਾ ਆ। ਅਤੇ ਅੱਗੇ ਗੁੰਡਾ ਟੈਕਸ ਦੀ ਜੇ ਗੱਲ ਕਰੀਏ ਤਾਂ ਉਸ ਮਾਮਲੇ ਦੇ ਵਿੱਚ ਸੀਨੀਅਰ ਆਫਿਸਰਸ ਨੇ ਚੁੱਪ ਧਾਰੀ। ਬਿਲਕੁਲ ਜੀ, ਇੱਕ ਤਾਂ ਜਿਹੜਾ ਜੀ ਗੁੰਡਾ ਟੈਕਸ ਵਸੂਲਣਾ ਤੇ ਮਾਈਨਿੰਗ ਜਿਹੜੀ ਹੈ ਜੀ ਇਹਦਾ ਮਾਮਲਾ ਡੇ ਬਾਈ ਡੇ ਵੱਧਦਾ ਤੁਰਿਆ ਜਾ ਰਿਹਾ। ਬਠਿੰਡਾ ਰਿਫਾਈਨਰੀ ਜਾਂ ਜਿਹੜਾ ਪੰਜਾਬ ਦੇ ਜਿੱਥੋਂ ਜਿਹੜੀਆਂ ਜੀ ਇਹ ਖਾਣਾ ਨਿਕਲਦੀਆਂ ਨੇ ਪੁੱਟ ਕੇ ਪੰਜਾਬ ਨੂੰ ਜਿਹੜਾ ਜੀ ਉਹ ਡੂੰਘਾ ਇਹ ਰੇਤ ਮਾਫੀਆ ਵਾਲੇ ਲੈ ਗਏ ਆ। ਬਠਿੰਡਾ ਰਿਫਾਈਨਰੀ ਦੇ ਵਿੱਚ ਜਿਹੜਾ ਸਮਾਨ ਲੈ ਕੇ ਆ ਰਹੇ ਵਹੀਕਲ ਨੇ ਉਹਨਾਂ ਤੋਂ ਨਜਾਇਜ਼ ਵਸੂਲੀ ਦਾ ਮਾਮਲਾ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਚੱਲ ਰਿਹਾ। ਡੇਰਾਬੱਸੀ ਦਾ ਮੁਬਾਰਕਪੁਰ ਖੇਤਰ ਹੈ ਜੀ, ਜਿਹੜਾ ਮੁਬਾਰਕਪੁਰ, ਇੱਥੇ ਸਟੋਨ ਕ੍ਰਸ਼ਰ ਯੂਨੀਅਨ ਜਿਹੜੀ ਹੈ ਜੀ ਉਹਨਾਂ ਨੇ ਮੁੱਖ ਮੰਤਰੀ ਦੇ ਨਜ਼ਦੀਕੀ ਦੱਸੇ ਜਾਣ ਵਾਲੇ ਮਾਲਵਾ ਖੇਤਰ ਨਾਲ ਸੰਬੰਧਿਤ 2 ਵਿਧਾਇਕਾਂ ਦੇ ਉੱਤੇ ਨਜਾਇਜ਼ ਵਸੂਲੀ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਐਸੋਸੀਏਸ਼ਨ ਦੇ ਅਹੁਦੇਦਾਰ ਜਿਹੜੇ ਆ ਜੀ ਉਹ ਇਹ ਵੀ ਦੋਸ਼ ਜਿਹੜੇ ਆ ਲਾ ਰਹੇ ਆ ਕਿ ਇਹ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ ਆ, ਪਰ ਇਹ ਘੱਟ ਨਹੀਂ ਰਿਹਾ ਜੀ। ਜਿਹੜੀ ਗੁੰਡਾਗਰਦੀ ਆ ਉਸੇ ਤਰੀਕੇ ਦੇ ਨਾਲ ਇਹ ਜਾਰੀ ਆ। ਦੂਜੇ ਪਾਸੇ ਜਿਹੜੇ ਗੁੰਡਾ ਟੈਕਸ ਹੈ ਜੀ ਉਸ ਮਾਮਲੇ ਦੇ ਉੱਤੇ ਸੀਨੀਅਰ ਆਫਿਸਰ ਜਿਹੜੇ ਨੇ ਬਠਿੰਡਾ ਰੇਂਜ ਦੇ ਉਹਨਾਂ ਸਾਰਿਆਂ ਨੇ ਚੁੱਪ ਜਿਹੜੀ ਹੈ ਜੀ ਉਹ ਧਾਰੀ ਹੋਈ ਹੈ। ਕੋਈ ਇਸ ਮਾਮਲੇ ਦੇ ਉੱਤੇ ਬੋਲ ਨਹੀਂ ਰਿਹਾ। ਕਿੰਨੀਆਂ ਰਿਪੋਰਟਾਂ ਜਿਹੜੀਆਂ ਜੀ ਉਹ ਸਾਹਮਣੇ ਆ ਗਈਆਂ ਕਿ ਅੰਦਰ ਜਾਂਦੇ ਟਰੱਕਾਂ ਦੇ ਉੱਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ। ਜਿਹੜਾ ਅੰਦਰੋਂ ਸਕ੍ਰੈਪ ਕੱਢੀ ਜਾ ਰਹੀ ਆ ਉਹਦੇ ਉੱਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ। ਪਹਿਲਾਂ ਗੁੰਡਾ ਟੈਕਸ ਲੱਗਿਆ, ਫਿਰ ਡੰਡਾ ਟੈਕਸ ਲੱਗਿਆ, ਫਿਰ ਬੰਬੂ ਟੈਕਸ ਜਿਹੜਾ ਜੀ ਉਹ ਲਾਤਾ। ਮੋਟਰਸਾਈਕਲਾਂ ਵਾਲੇ ਜਿਹੜੇ ਆ ਅੰਦਰੋਂ ਜਾਂਦੇ ਟਰੱਕਾਂ ਨੂੰ ਥਾਂ ਤੇ ਘੇਰਦੇ ਆ, ਡਰਾਈਵਰਾਂ ਦੀ ਕੁੱਟਮਾਰ ਕਰਦੇ ਆ, ਉਹਨਾਂ ਤੋਂ ਕਾਗਜ਼ ਪੱਤਰ ਤੱਕ ਜਿਹੜੇ ਖੋਹ ਲਏ ਜਾਂਦੇ ਆ। ਹੁਣ ਇਸ ਮਾਮਲੇ ਦੇ ਉੱਤੇ ਜਿਹੜੇ ਬਠਿੰਡੇ ਦੇ ਟਰਾਂਸਪੋਰਟਰ ਨੇ ਜੀ ਉਹਨਾਂ ਨੇ ਪੁਲਿਸ ਅਫਸਰਾਂ ਨੂੰ ਅਲਟੀਮੇਟਮ ਜਿਹੜਾ ਦੇ ਦਿੱਤਾ ਕਿ ਜੇ ਗੁੰਡਾ ਟੈਕਸ ਨੂੰ ਨੱਥ ਨਾ ਪਈ ਤਾਂ ਉਹ ਰਿਫਾਈਨਰੀ ਦੇ ਮੂਹਰੇ ਸਮੂਹ ਟਰਾਂਸਪੋਰਟਰਾਂ ਨੂੰ ਲੈ ਕੇ ਧਰਨਾ ਦੇ ਦੇਣਗੇ। ਅੰਮ੍ਰਿਤਸਰ ਦੇ ਇੱਕ ਟਰਾਂਸਪੋਰਟ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ DGP ਨੂੰ ਮਿਲ ਕੇ ਬਠਿੰਡਾ ਖਿੱਤੇ ਦੇ 2 ਵੱਡੇ ਪੁਲਿਸ ਅਫਸਰਾਂ ਵੱਲ ਉਂਗਲ ਜਿਹੜੀ ਉਠਾਈ ਸੀਗੀ। ਕੋਈ ਸੁਧਾਰ ਨਹੀਂ ਹੋਇਆ। DGP ਨੇ ਲਿਖਤੀ ਸ਼ਿਕਾਇਤ ਤੇ ਉੱਚ ਅਫਸਰਾਂ ਤੋਂ ਜਵਾਬ ਵੀ ਮੰਗਿਆ ਹੋਇਆ। ਇਹਦੇ 'ਚ ਇੱਕ ਪੁਲਿਸ ਅਧਿਕਾਰੀ ਵੱਲੋਂ ਮਾਝੇ ਦੇ ਟਰਾਂਸਪੋਰਟ ਨੂੰ ਪੜੋਸਣ ਦੇ ਯਤਨ ਜਿਹੜੇ ਆ ਜੀ ਉਹ ਜਾਰੀ ਆ ਔਰ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਪਿਛਲੇ ਹਫ਼ਤੇ ਬਠਿੰਡੇ ਦੇ ਵਿੱਚ ਵੀ ਜਿਹੜਾ ਜੀ ਉਹ ਸੱਦਿਆ ਗਿਆ ਸੀਗਾ। ਹੁਣ ਬਠਿੰਡਾ ਦੀ ਜਿਹੜੀ ਨਾਰਦਰਨ ਲੌਜਿਸਟਿਕ ਦੇ ਡਾਇਰੈਕਟਰ ਆ ਗੌਰਵ ਗਰਗ, ਉਹਨੇ ਇੱਕ ਵਾਰੀ ਫਿਰ ਅਫਸਰਾਂ ਨੂੰ ਜਿਹੜਾ ਜੀ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ। ਉਹਨੇ ਕਿਹਾ ਕਿ 1 ਫਰਵਰੀ ਤੋਂ ਉਹਨੇ ਰਿਫਾਈਨਰੀ ਵਿੱਚੋਂ ਸਕ੍ਰੈਪ ਅਸਾਮ ਲਿਜਾਣਾ ਸੀਗਾ, ਪਰ ਗੁੰਡਾ ਬ੍ਰਿਗੇਡ ਨੇ ਰਾਹ ਜਿਹੜੇ ਆ ਜੀ ਉਹ ਰੋਕ ਰੱਖੇ ਆ। 7 ਫਰਵਰੀ ਨੂੰ ਉਹਨੇ 2 ਟਰਾਲੇ ਮੰਗਵਾਏ ਜਿਨ੍ਹਾਂ ਨੂੰ ਹਕੂਮਤ ਦੀ ਬ੍ਰਿਗੇਡ ਨੇ ਰਿਫਾਈਨਰੀ ਵਿੱਚ ਦਾਖਲ ਨਹੀਂ ਹੋਣ ਦਿੱਤਾ। ਹੁਣ ਉਹ ਕਹਿੰਦਾ ਜੀ ਕਿ ਅਸੀਂ ਲਿਖਤੀ ਸ਼ਿਕਾਇਤ ਵੀ ਕਰਕੇ ਦੇਖ ਲਈ, ਸਾਰਾ ਕੁਝ ਕਰਕੇ ਦੇਖ ਲਿਆ। 3 ਦਿਨ ਦਾ ਸਮਾਂ ਉਹਨੇ ਦਿੱਤਾ ਕਿ ਜੇ 3 ਦਿਨਾਂ ਦੇ ਵਿੱਚ ਇਹਨੂੰ ਨੱਥ ਨਹੀਂ ਪੈਂਦੀ ਤਾਂ ਬਠਿੰਡਾ ਰਿਫਾਈਨਰੀ ਦੇ ਬਾਹਰ
ਜਿਹੜਾ ਜੀ ਉਹ ਇਹ ਸਾਰੇ ਦੇ ਸਾਰੇ ਧਰਨਾ ਦੇ ਦੇਣਗੇ। ਸੋ ਦੇਖਦੇ ਹਾਂ ਜੀ ਕਿ ਇਸ ਮਾਮਲੇ ਦੇ ਉੱਤੇ ਕੀ ਕੁਛ ਨੱਥ ਜਿਹੜੀ ਆ ਜੀ ਉਹ ਪੈਂਦੀ ਆ ਜਾਂ ਨਹੀਂ। ਨੱਥ ਪੈਣ ਦੇ ਆਸਾਰ ਜਿਹੜੇ ਆ ਉਹ ਬੜੇ ਘੱਟ ਨਜ਼ਰ ਆ ਰਹੇ ਆ, ਕਿਉਂਕਿ ਜਿੰਨੀਆਂ ਖਬਰਾਂ ਇਹਦੀਆਂ ਲੱਗ ਚੁੱਕੀਆਂ ਇਸ ਮਾਮਲੇ ਦੇ ਵਿੱਚ, ਕੋਈ ਸਰਕਾਰ ਦੀ ਤਰਫੋਂ, ਮੰਤਰੀ ਦੀ ਤਰਫੋਂ, ਕਿਸੇ ਸੀਨੀਅਰ ਆਫਿਸਰ ਦੀ ਤਰਫੋਂ ਕੋਈ ਬਿਆਨ ਅਜੇ ਤੱਕ ਜਿਹੜਾ ਜੀ ਉਹ ਨਹੀਂ ਆਇਆ। ਸ਼ਰੇਆਮ ਗੁੰਡਾਗਰਦੀ ਦਾ ਨਾਚ ਜਿਹੜਾ ਜੀ ਉਹ ਹੋ ਰਿਹਾ ਪੰਜਾਬ ਦੇ ਵਿੱਚ, ਚਾਹੇ ਉਹ ਬਠਿੰਡੇ ਦੀ ਰਿਫਾਈਨਰੀ ਦੇ ਵਿੱਚੋਂ ਜਿਹੜਾ ਜੀ ਉਗਰਾਹੀ ਹੋਵੇ, ਚਾਹੇ ਰੇਤ ਮਾਫੀਆ ਜਿਹੜਾ ਨਜਾਇਜ਼ ਰੇਤਾ ਜਿਹੜਾ ਜੀ ਉਹ ਖੱਡਾਂ ਦੇ ਵਿੱਚੋਂ ਕੱਢ ਰਿਹਾ ਹੋਵੇ, ਉਸੇ ਤਰੀਕੇ ਨਾਲ ਸਭ ਕੁਝ ਜਾਰੀ ਹੈ। ਬਿਲਕੁਲ ਜੀ, ਪਹਿਲਾਂ ਦੀ ਤਰ੍ਹਾਂ ਚੱਲਦਾ, ਸਾਰੇ ਇਹ ਦੱਸਦੇ ਆ। ਤੇ ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ, ਉਹਨਾਂ ਦੀ ਸਬਸਿਡੀ ਤੇ ਭਾਰੀ ਪਈ GST। ਬਿਲਕੁਲ ਜੀ, ਐਕਚੁਅਲੀ ਜਿਹੜਾ GST ਹੈ ਜੀ, ਉਹਨੇ ਇੱਕ ਦੇਸ਼ ਇੱਕ ਟੈਕਸ ਜਿਹੜਾ ਸੀਗਾ ਜੀ, ਉਹਨੇ ਖੇਤੀ ਸੰਦ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਜੀ, ਉਹ ਤੇ ਕਿਸਾਨ ਜਿਹੜੇ ਆ ਉਹ ਪਰੇਸ਼ਾਨ ਹੋ ਗਿਆ। ਜਿਹੜਾ ਸੰਘੀਕਰਨ ਸੀਗਾ, ਫੈਡਰਲਿਜ਼ਮ ਦੀ ਧਾਰਨਾ ਨੂੰ ਤਾਂ ਨੁਕਸਾਨ ਪਹੁੰਚਾਇਆ ਜੀ। ਪੰਜਾਬ ਦਾ ਵਾਤਾਵਰਨ ਤੇ ਪਾਣੀ ਬਚਾਉਣ ਦੇ ਮਕਸਦ ਦੇ ਨਾਲ ਦਿੱਤੀ ਜਾਣ ਵਾਲੀ ਖੇਤੀ ਸਬਸਿਡੀ ਵੀ ਡਕਾਰ ਲਈ ਹੈ ਜੀ GST ਨੇ। ਵੈਟ ਪ੍ਰਣਾਲੀ ਦੇ ਤਹਿਤ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਮਸ਼ੀਨਰੀ ਨੂੰ ਟੈਕਸ ਤੋਂ ਛੋਟ ਸੀਗੀ, ਪਰ ਹੁਣ ਇਹ ਮਸ਼ੀਨਰੀ 12 ਤੋਂ 28% GST ਦੇ ਘੇਰੇ ਦੇ ਵਿੱਚ ਆ ਗਈ ਆ, ਜਿਹਦੇ ਕਰਕੇ ਸਬਸਿਡੀ ਜਿਹੜੀ ਆ ਜੀ ਉਹ ਥੋੜੀ ਜਿਹੀ ਰਹਿ ਗਈ ਆ। ਸਬਸਿਡੀ ਦੀ ਰਾਸ਼ੀ ਸੂਬਾ ਸਰਕਾਰ ਉਂਝ ਵੀ ਜਿਹੜਾ ਜੀ ਉਹ ਸਮੇਂ ਸਿਰ ਨਹੀਂ ਦਿੰਦੀ। ਹੁਣ ਹਿੱਸਾ ਘੱਟ ਜਾਣ ਕਰਕੇ ਕਿਸਾਨ ਮਸ਼ੀਨਰੀ ਖਰੀਦਣ ਤੋਂ ਜਿਹੜਾ ਜੀ ਉਹ ਹੱਥ ਪਿੱਛੇ ਖਿੱਚਣ ਲੱਗੇ ਆ। ਪੰਜਾਬ ਸਰਕਾਰ ਦੇ ਫੈਸਲਿਆਂ ਦੇ ਅਨੁਸਾਰ ਜੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਊਗੀ। ਕਿਸਾਨ ਜਦੋਂ ਮਸ਼ੀਨਰੀ ਨਿਰਮਾਤਾ ਤੋਂ ਮਸ਼ੀਨ ਖਰੀਦਣ ਜਾਂਦਾ ਤਾਂ ਉਹ ਤੋਂ ਪੂਰੀ ਰਕਮ ਦੇ ਉੱਤੇ GST ਦੀ ਮੰਗ ਕੀਤੀ ਜਾਂਦੀ ਹੈ। ਕਿਸਾਨ ਕੈਸ਼ ਪੈਸਾ ਦੇਣ ਦੀ ਸਥਿਤੀ 'ਚ ਨਹੀਂ ਹੁੰਦਾ ਜੀ, ਕਿਉਂਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਬਸਿਡੀ ਤੁਰੰਤ ਮਿਲਣ ਦੇ ਆਸਾਰ ਨਹੀਂ ਹੁੰਦੇ। ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਲਾਗੂ ਕਰਨ ਲਈ ਕੇਂਦਰ ਤੋਂ ਮਸ਼ੀਨਰੀ ਦੇ ਉੱਤੇ ਸਬਸਿਡੀ ਦੇਣ ਦੀ ਮੰਗ ਕੀਤੀ ਸੀਗੀ। ਟ੍ਰਿਬਿਊਨਲ ਨੇ ਕਿਸਾਨਾਂ ਨੂੰ ਮਸ਼ੀਨਰੀ ਮੁਫਤ ਦੇਣ ਤੇ ਵੱਡੇ ਕਿਸਾਨਾਂ ਨੂੰ ਜਿਹੜਾ ਸੀਗਾ ਜੀ ਉਹ ਰਾਇਤਾਂ ਦੇਣ ਦਾ ਹੁਕਮ ਕੀਤਾ ਸੀਗਾ। ਮਿਸਾਲ ਦੇ ਤੌਰ ਦੇ ਉੱਤੇ ਰੋਟਾਵੇਟਰ ਦੇ ਉੱਤੇ 40,000 ਰੁਪਏ ਜਾਂ 40% ਦੀ ਸਬਸਿਡੀ ਮਿਲਦੀ ਹੈ। 1 ਲੱਖ ਰੁਪਏ ਦੀ ਇਸ ਮਸ਼ੀਨ ਲਈ ਕਿਸਾਨ ਨੂੰ 60,000 ਰੁਪਏ ਖਰਚ ਕਰਨੇ ਪੈਂਦੇ ਆ। ਇਹ ਸਬਸਿਡੀ ਕੇਂਦਰ ਦੇ ਵੱਲੋਂ 60% ਤੇ ਪੰਜਾਬ ਦੇ ਵੱਲੋਂ 40% ਹਿੱਸੇ ਦੇ ਵਜੋਂ ਦਿੱਤੀ ਜਾਂਦੀ ਆ। 100 ਪਿੱਛੇ 21 ਰੁਪਏ ਕੇਂਦਰ ਤੇ 14 ਰੁਪਏ ਪੰਜਾਬ ਸਰਕਾਰ ਦਿੰਦੀ ਆ, ਔਰ ਇਹਦੇ ਉੱਤੇ 12% GST ਲੱਗਣ ਦੇ ਨਾਲ ਹੁਣ ਕੇਂਦਰ ਦੀ ਸਬਸਿਡੀ ਘੱਟ ਕੇ 15 ਤੇ ਸੂਬੇ ਦੀ 8% ਜਿਹੜੀ ਆ ਜੀ ਉਹ ਰਹਿ ਗਈ ਆ। ਪਾਣੀ ਬਚਾਉਣ ਦੇ ਵਾਸਤੇ ਤੁਪਕਾ ਸਿੰਚਾਈ ਪ੍ਰਣਾਲੀ ਜਿਹੜੀ ਆ ਜੀ ਉਹਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਦੇ ਰਾਹ ਦੇ ਵਿੱਚ GST ਖੜੀ ਹੋ ਗਈ ਆ। ਪਹਿਲਾਂ ਪੰਜਾਬ ਦੇ ਵਿੱਚ ਇਹ ਮੁਹਿੰਮ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕੀ, ਪਰ ਸਬਸਿਡੀ ਦੀ ਰਾਸ਼ੀ 25 ਤੋਂ ਵਧਾ ਕੇ 35% ਹੋਣ ਦੇ ਨਾਲ ਕੁਝ ਹੁਲਾਰਾ ਜਿਹੜਾ ਜੀ ਉਹ ਮਿਲਦੇ ਅਸਾਰ ਸੀਗੇ। ਇਹ ਸਕੀਮ ਵੀ 60-40 ਦੇ ਅਨੁਪਾਤ ਦੇ ਵਿੱਚ ਲਾਗੂ ਹੋਣੀ ਹੈ ਜੀ, ਔਰ ਸੂਬੇ ਦੀ ਸਰਕਾਰ ਦੇ ਕੋਲੇ ਪਹਿਲਾਂ ਹੀ ਪੈਸਾ ਹੈ ਨਹੀਂਗਾ, ਪਰ 12% GST ਲੱਗ ਜਾਣ ਦੇ ਨਾਲ ਇਹ ਸਬਸਿਡੀ ਇੱਕ ਕਿਸਮ ਦੇ ਨਾਲ ਘੱਟ ਕੇ 23% ਦੇ ਉੱਤੇ ਆ ਗਈ ਆ। ਔਰ ਪਾਣੀ ਦੀ ਬੱਚਤ ਲਈ ਪਾਈਪਾਂ ਜਿਹੜੀਆਂ ਜ਼ਮੀਨ ਹੇਠ ਪਾਈਆਂ ਜਾਂਦੀਆਂ ਨੇ ਉਹ ਵੀ GST ਦੇ ਘੇਰੇ ਦੇ ਵਿੱਚ ਆ ਗਈਆਂ ਨੇ। ਟਰੈਕਟਰ ਤੇ ਹੋਰ ਗੱਡੀਆਂ ਦੇ ਗੇਅਰ ਬਾਕਸ ਜਿਹੜਾ ਜੀ ਉਹਦੇ ਉੱਤੇ GST 28% ਆ, ਔਰ 2 ਟਾਇਰਾਂ ਵਾਲੀ ਟਰਾਲੀ ਦੇ ਉੱਤੇ 12% ਤੇ 4 ਟਾਇਰਾਂ ਵਾਲੀ ਟਰਾਲੀ ਦੇ ਉੱਤੇ 18% ਜਿਹੜੀ GST ਲਾਗੂ ਹੋਣ ਦੇ ਨਾਲ ਕਿਸਾਨਾਂ ਦੇ ਇਹ ਸੰਦ ਜਿਹੜੇ ਆ ਜੀ ਬਹੁਤ ਮਹਿੰਗੇ ਹੋ ਗਏ ਆ, ਜਿਹਦੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ। ਕਿਸਾਨ ਜਿਹੜਾ ਪਹਿਲਾਂ ਹੀ ਮੁਸ਼ਕਲਾਂ ਦੇ ਵਿੱਚੋਂ ਜਿਹੜਾ ਜੀ ਉਹ ਲੰਘ ਰਿਹਾ, GST ਲਾਉਣ ਦੇ ਸਮੇਂ ਇਹ ਚੀਜ਼ਾਂ ਸੋਚੀਆਂ ਹੀ ਨਹੀਂ ਗਈਆਂ ਜੀ। ਔਰ ਹੈਰਾਨੀ ਦੀ ਗੱਲ ਇਹ ਆ ਕਿ ਇਸ ਮਸਲੇ ਦੇ ਉੱਤੇ ਕਿਸਾਨਾਂ ਤੇ ਜਿਹੜਾ ਜੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੀਆਂ ਹੋਈਆਂ। ਬਿਲਕੁਲ ਜੀ, ਸਾਰੇ ਚੁੱਪ ਆ ਇਸ ਵੇਲੇ। ਤਾਂ ਅੱਗੇ ਗੱਲ ਕਰਦੇ ਹਾਂ ਜੀ ਪੰਜਾਬ ਪੁਲਿਸ ਦੀ, ਉਹ ਵੀ ਹੁਣ ਸੋਸ਼ਲ ਮੀਡੀਆ ਤੇ ਕਿਹਾ ਇਹ ਗਿਆ ਜੀ ਕਿ ਜਿਹੜੇ ਗੈਂਗਸਟਰ ਨੇ ਉਹ ਜਿੰਨੀਆਂ ਧਮਕੀਆਂ ਵਗੈਰਾ ਸੋਸ਼ਲ ਮੀਡੀਆ ਤੇ ਦੇ ਰਹੇ ਨੇ, ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਆ, ਇਸ ਕਰਕੇ ਪੰਜਾਬ ਪੁਲਿਸ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆ ਜੀ ਉਹ ਆ ਗਈ ਆ। ਪੰਜਾਬ ਪੁਲਿਸ ਦੇ ਵੱਲੋਂ ਫੇਸਬੁੱਕ ਦੇ ਉੱਤੇ ਆਪਣਾ ਅਕਾਊਂਟ ਜਿਹੜਾ ਜੀ ਉਹ ਖੋਲ੍ਹਿਆ ਗਿਆ। ਇਸ ਤੋਂ ਇਲਾਵਾ ਟਵਿੱਟਰ ਦੇ ਉੱਤੇ ਅਕਾਊਂਟ ਜਿਹੜਾ ਜੀ ਉਹ ਖੋਲ੍ਹਿਆ ਗਿਆ। CCTN Go Live ਸ਼ੁਰੂਆਤ ਜਿਹੜੀ ਹੈ ਜੀ ਉਹ ਕੀਤੀ ਗਈ ਆ। ਸੂਬੇ ਦੇ ਵਿੱਚ FIR ਤੇ ਜਨਰਲ ਡਾਇਰੀਜ਼ ਜਿਹੜੀਆਂ ਨੇ ਜੀ ਇਹ ਸਾਰਾ ਕੰਮਕਾਜ ਬਿਨਾਂ ਕਾਗਜ਼ਾਂ ਤੋਂ ਕੀਤੇ ਜਾਣ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਆ। ਇਹ ਕਿਹਾ ਗਿਆ ਜੀ ਕਿ ਜਿਹੜਾ ਇਹਦੇ ਵਾਸਤੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਟੈਬਲੇਟ ਮੁਹੱਈਆ ਕਰਵਾਏ ਜਾਣਗੇ।
ਔਰ ਇਹਦੇ ਨਾਲ ਪੰਜਾਬ ਉਹਨਾਂ ਸੂਬਿਆਂ ਦੇ ਵਿੱਚ ਸ਼ਾਮਲ ਹੋ ਜਾਊਗਾ ਜੀ ਜਿਹੜੇ ਦੇਸ਼ ਦੇ ਵਿੱਚ ਜਿਹੜੇ ਸੂਬੇ ਇਹਦੀ ਵਰਤੋਂ ਕਰਦੇ ਆ। 13 ਸਾਲ ਪੁਰਾਣਾ ਡਾਟਾ ਜਿਹੜਾ FIR ਤੇ ਜਨਰਲ ਡਾਇਰੀਜ਼ ਪਹਿਲਾਂ ਹੀ ਇਸ ਪ੍ਰੋਜੈਕਟ ਦੇ ਹਿੱਸੇ ਦੇ ਵਜੋਂ ਜਿਹੜਾ ਜੀ ਉਹ ਡਿਜੀਟਲ ਜਿਹੜੇ ਜੀ ਉਹ ਕੀਤੇ ਜਾ ਚੁੱਕੇ ਨੇ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹ ਕਹਿੰਦੇ ਨੇ ਕਿ ਇਸ ਪ੍ਰੋਜੈਕਟ ਦੇ ਉੱਤੇ 47 ਕਰੋੜ ਰੁਪਏ ਦੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ ਔਰ ਇਹਦੇ ਵਿੱਚੋਂ 22 ਕਰੋੜ 64 ਲੱਖ ਰੁਪਇਆ ਖਰਚਿਆ ਜਾ ਚੁੱਕਿਆ ਔਰ ਇਹਦੇ ਵਾਸਤੇ 600 ਥਾਵਾਂ ਹੋਣਗੀਆਂ ਜਿਹਦੇ ਵਿੱਚ 400 ਪੁਲਿਸ ਥਾਣੇ ਤੇ ਸਬ ਡਿਵੀਜ਼ਨ ਤੇ ਸੂਬਾ ਪੱਧਰ ਦੇ ਕੁਝ ਦਫ਼ਤਰ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ। ਇਹ ਕਿਹਾ ਗਿਆ ਜੀ ਕਿ ਫੇਸਬੁੱਕ ਦੇ ਉੱਤੇ ਤੇ ਟਵਿੱਟਰ ਦੇ ਉੱਤੇ ਆਉਣ ਦੇ ਨਾਲ ਜਿਹੜੀ ਪੁਲਿਸ ਹੈ ਉਹ ਆਪਣੇ ਤੌਰ ਦੇ ਉੱਤੇ ਉਹਨਾਂ ਲੋਕਾਂ ਤੇ ਨਿਗਰਾਨੀ ਰੱਖੂਗੀ ਜਿਹੜੇ ਲੋਕ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਜਿਹੜੇ ਫੇਸਬੁੱਕ ਪੇਜ ਨੇ ਉਹਨਾਂ ਨੇ ਲਾਈਕ ਕੀਤੇ ਹੋਏ ਨੇ ਜਾਂ ਇਹਨਾਂ ਦੇ ਉੱਤੇ ਉਹ ਕਮੈਂਟ ਵਗੈਰਾ ਜਿਹੜਾ ਜੀ ਉਹ ਕਰਦੇ ਆ ਔਰ ਸ਼ਰੇਆਮ ਪੁਲਿਸ ਨੂੰ ਧਮਕੀਆਂ ਜਿਹੜੀਆਂ ਜੀ ਉਹ ਦਿੰਦੇ ਆ। ਵੇਖਣਾ ਹੁਣ ਇਹ ਹੋਊਗਾ ਜੀ ਕਿ ਕਿਉਂਕਿ ਇੱਦਾਂ ਦੀਆਂ ਜਿਹੜੀਆਂ ਸਕੀਮਾਂ ਨੇ ਨਾ ਉਹ ਸ਼ੁਰੂ ਤਾਂ ਹੋ ਜਾਂਦੀਆਂ ਨੇ ਅਕਸਰ, ਉਹਨਾਂ ਦੇ ਉੱਤੇ ਨਿਗਾਹ ਮੁੜ ਕੇ ਜਿਹੜਾ ਜੀ ਉਹ ਕੌਣ ਰੱਖੂਗਾ। ਇੱਕ ਗੱਲ ਜਿਹੜੀ ਹੈ ਜੀ ਉਹ ਕਈ ਵਾਰੀ ਦੇਖੀ ਜਾਂਦੀ ਹੈ ਕਿ ਸੋਸ਼ਲ ਜਿਹੜੀਆਂ ਸਾਈਟ ਖੋਲ ਦਿੱਤੀਆਂ ਜਾਂਦੀਆਂ ਨੇ ਜਾਂ ਜਿਹੜੀਆਂ ਦੀ ਪੇਜ ਬਣਾ ਦਿੱਤੇ ਜਾਂਦੇ ਨੇ, ਮੁੜ ਕੇ ਉਹਨਾਂ ਨੂੰ ਅਪਡੇਟ ਕੋਈ ਨਹੀਂ ਕਰਦਾ, ਉਸ ਪਾਸੇ ਕੋਈ ਵੇਖਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਹੁੰਦਾ। ਇੱਕ ਵਾਰੀ ਬਣਾਈ ਖਬਰਾਂ ਜਿਹੜੀਆਂ ਜੀ ਆਈਆਂ ਤੇ ਮੁੜ ਕੇ ਉਸ ਤੋਂ ਬਾਅਦ ਕੰਮ ਜਿਹੜਾ ਜੀ ਉਹ ਖਤਮ ਹੋ ਜਾਂਦਾ। ਜੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਪੁਲਿਸ ਜਿਹੜੀ ਉਹ ਆਉਂਦੀ ਆ, ਸੋਸ਼ਲ ਮੀਡੀਆ ਦੇ ਰਾਹੀਂ ਉਹ ਲੋਕਾਂ ਦੀ ਹੈਲਪ ਤਾਂ ਜਿਹੜੀ ਆ ਉਹ ਲੈ ਸਕਦੀ ਹੈ, ਪਰ ਉਹਦੇ ਵਾਸਤੇ ਪਹਿਲਾਂ ਜਿਹੜੀ ਪੁਲਿਸ ਨੂੰ ਉਹ ਦੋਸਤਾਨਾ ਸੰਬੰਧ ਜਿਹੜੇ ਆ ਉਹ ਲੋਕਾਂ ਦੇ ਨਾਲ ਨਿਭਾਉਣੇ ਪੈਣਗੇ। ਸਿਰਫ ਅਕਾਊਂਟ ਖੋਲ ਦੇਣ ਦੇ ਨਾਲ ਕੀ ਸਮੱਸਿਆਵਾਂ ਹੱਲ ਹੋ ਜਾਣਗੀਆਂ? ਮੈਨੂੰ ਨਹੀਂ ਲੱਗਦਾ ਜੀ ਕਿ ਇੰਨੇ ਕੁ ਨਾਲ ਜਿਹੜੀ ਇਹਦੀ ਸਮੱਸਿਆ ਹੱਲ ਇਹ ਹੋ ਸਕਦੀ ਹੈ। ਹੱਲ ਕਰਨ ਦੇ ਵਾਸਤੇ ਜਿਵੇਂ ਬਾਹਰਲੇ ਮੁਲਕਾਂ ਦੀ ਪੁਲਿਸ ਦੋਸਤਾਨਾ ਸੰਬੰਧਾਂ ਦੇ ਨਾਲ ਲੋਕਾਂ ਤੋਂ ਮਦਦ ਲੈਂਦੀ ਹੈ, ਕਿ ਉਸ ਪਾਸੇ ਵੱਲ ਵੀ ਕੁਝ ਸਟੈਪ ਚੁੱਕਿਆ ਜਾਊਗਾ ਜਾਂ ਫਿਰ ਇਹ ਮਹਿਜ਼ ਜਿਹੜਾ ਜੀ ਉਹ ਖਬਰਾਂ ਤੱਕ ਹੀ ਸੀਮਤ ਰਹਿ ਜਾਊਗਾ? ਬਿਲਕੁਲ ਜੀ, ਲੱਗਦਾ ਕਿ ਇਹ ਵੀ ਫੇਸਬੁੱਕ ਤੇ ਆਏ ਆ, ਹੁਣ ਉੱਥੇ ਧਮਕੀ ਹੋਣਗੇ ਇੱਕ ਦੂਸਰੇ ਦੇ ਨਾਲ। ਤੇ ਅੱਗੇ ਰੇਤ ਸਕੈਂਡਲ ਦੀ ਜੇ ਗੱਲ ਕਰੀਏ ਤੇ ਉਹ ਸਕੈਂਡਲ ਰੇਤ ਦੇ ਹੇਠ ਹੀ ਦੱਬ ਦਿੱਤਾ ਸਰਕਾਰ ਨੇ। ਪੰਜਾਬ 'ਚ ਕੋਈ ਰੇਤ ਸਕੈਂਡਲ ਹੋਇਆ ਹੀ ਨਹੀਂ। ਪੰਜਾਬ ਸਰਕਾਰ ਨੇ ਸੈਂਟਰ ਦਾ ਜਿਹੜਾ ਮੰਤਰਾਲਾ ਉਹਨੂੰ ਭੇਜੀ ਰਿਪੋਰਟ ਦੇ ਵਿੱਚ ਇਹ ਕਹਿ ਕੇ ਸਕੈਂਡਲ ਦੇ ਉੱਤੇ ਮਿੱਟੀ ਪਾਤੀ ਹੈ, ਰੇਤਾ ਦੇ ਉੱਤੇ ਮਿੱਟੀ ਪਾਤੀ ਹੈ ਜੀ ਇੱਕ ਕਿਸਮ ਦੇ ਨਾਲ। ਮੌਜੂਦਾ ਸਰਕਾਰ ਨੂੰ ਰੇਤ ਸਕੈਂਡਲ ਤੋਂ ਪਿੱਛੋਂ ਆਪਣੇ ਬਿਜਲੀ ਮੰਤਰੀ ਦੀ ਛੁੱਟੀ ਕਰਨੀ ਪਈ, ਪਰ ਇਹ ਰੇਤ ਸਕੈਂਡਲ ਹੋਣ ਤੋਂ ਮੰਨਣ ਤੋਂ ਅਜੇ ਵੀ ਜਿਹੜਾ ਜੀ ਉਹ ਇਨਕਾਰੀ ਆ। ਸੈਂਟਰ ਦਾ ਜਿਹੜਾ ਇਹ ਮਾਈਨਿੰਗ ਡਿਪਾਰਟਮੈਂਟ ਹੈ ਉਹਦੇ ਵਿੱਚ ਪੰਜਾਬ ਦੇ ਇਸ ਰੇਤ ਸਕੈਂਡਲ ਦੀ ਕੋਈ ਜਾਂਚ ਕਰਾਉਣ ਦੀ ਗੱਲ ਨਹੀਂ ਕਹੀ ਗਈ। ਜਿਹੜਾ ਜੀ ਇਹ ਰੇਤ ਸਕੈਂਡਲ ਜਿਹੜਾ ਜੀ ਬੇਪਰਦ ਜਦੋਂ ਹੋਇਆ ਸੀਗਾ ਤਾਂ ਉਦੋਂ ਜਿਹੜੇ ਬਿਜਲੀ ਮੰਤਰੀ ਦਾ ਕੁੱਕ ਤੇ 2 ਹੋਰ ਮੁਲਾਜ਼ਮਾਂ ਦੇ ਰੇਤੇ ਦੀਆਂ ਖੱਡਾਂ ਲੈਣ ਦੇ ਵਿੱਚ ਕਾਮਯਾਬ ਹੋ ਗਏ ਸੀਗੇ। ਕੇਂਦਰੀ ਮੰਤਰਾਲੇ ਦੇ ਅਨੁਸਾਰ ਜੀ ਪੰਜਾਬ ਨੇ ਇਹ ਰਿਪੋਰਟ ਕੇਂਦਰ ਨੂੰ ਭੇਜੀ ਆ ਕਿ ਮਈ 17 ਦੇ ਵਿੱਚ ਰੇਤ ਦੀਆਂ ਖੱਡਾਂ ਦੀ ਬੋਲੀ ਨੂੰ ਲੈ ਕੇ ਇੱਕ ਮਾਮਲਾ ਉੱਠਿਆ ਸੀ, ਜਿਹਦੇ ਵਿੱਚ ਅਸਲ ਬੋਲੀਕਾਰ ਦੀ ਥਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਬਣਦੀ ਰਕਮ ਜਮ੍ਹਾਂ ਕਰਾਏ ਜਾਣ ਕਰਕੇ ਗੱਲ ਉੱਠੀ ਸੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਇਹ ਦੱਸਿਆ ਕਿ ਇਸ ਮਾਮਲੇ ਦੇ ਉੱਤੇ ਡਾਇਰੈਕਟੋਰੇਟ ਆਫ ਐਨਫੋਰਸਮੈਂਟ ਨੇ 31 ਮਈ 17 ਤੇ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਉਹਨੇ 29 ਮਈ 17 ਨੂੰ ਇਹਨਾਂ ਬੋਲੀਕਾਰਾਂ ਦੇ ਵੱਲੋਂ ਜਮ੍ਹਾਂ ਕਰਾਈ ਗਈ ਰਾਸ਼ੀ, ਬੈਂਕ ਖਾਤਿਆਂ ਤੋਂ ਇਲਾਵਾ ਫਾਈਲ ਨੋਟਿੰਗ ਦੀ ਕਾਪੀ ਮੰਗੀ ਸੀ ਤੇ ਅਲਾਟਮੈਂਟ ਦਾ ਮੌਜੂਦਾ ਸਟੇਟਸ ਪੁੱਛਿਆ ਸੀਗਾ ਔਰ ਰਾਜ ਸਰਕਾਰ ਨੇ ਸਾਰੇ ਵੇਰਵੇ ਉਦੋਂ ਹੀ ਦੇ ਦਿੱਤੇ ਸੀਗੇ। ਕੇਂਦਰ ਸਰਕਾਰ ਨੇ ਇਹ ਕਿਹਾ ਜੀ ਕਿ ਫਿਲਹਾਲ ਕੇਂਦਰੀ ਜਿਹੜੀ ਇਹ ਮਾਈਨਿੰਗ ਡਿਪਾਰਟਮੈਂਟ ਹੈ ਇਹਦੇ ਵੱਲੋਂ ਕੇਂਦਰੀ ਏਜੰਸੀ ਤੋਂ ਪੰਜਾਬ ਦੇ ਰੇਤ ਸਕੈਂਡਲ ਦੀ ਜਾਂਚ ਕਰਾਏ ਜਾਣ ਦੀ ਕੋਈ ਤਜਵੀਜ਼ ਨਹੀਂ ਹੈ। ਰਾਜ ਸਰਕਾਰ ਨੇ ਇਹਦੇ ਸੰਬੰਧੀ ਨੇਮ ਨਿਰਧਾਰਤ ਕਰਨ ਤੇ ਅਮਲ ਦੇ ਵਾਸਤੇ ਉਹ ਖੁਦ ਪਾਬੰਦ ਹੈ। ਕੇਂਦਰ ਕਹਿੰਦਾ ਕਿ ਪੰਜਾਬ ਦੇ ਰੇਤ ਸਕੈਂਡਲ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਾਏ ਜਾਣ ਦੀ ਪੰਜਾਬ ਸਰਕਾਰ ਨੇ ਕੋਈ ਮੰਗ ਨਹੀਂ ਕੀਤੀ, ਨਾ ਜਾਂਚ ਵਾਸਤੇ ਕਿਸੇ ਵੱਲੋਂ ਕੋਈ ਕੇਂਦਰ ਦੇ ਕੋਲੇ ਮੰਗ ਜਿਹੜੀ ਹੈ ਜੀ ਉਹ ਉਠਾਈ ਗਈ ਆ। ਅਕਾਲੀ ਦਲ ਦੀ ਕੇਂਦਰ ਦੇ ਵਿੱਚ ਭਾਈਵਾਲ ਸਰਕਾਰ ਹੈ, ਪਰ ਇਹਨੇ ਵੀ ਇਸ ਮਾਮਲੇ ਦੇ ਉੱਤੇ ਕੋਈ ਮੰਗ ਨਹੀਂ ਉਠਾਈ। ਸ਼ਾਇਦ ਉਹਦਾ ਜਿਹੜਾ ਜੀ ਪ੍ਰਮੁੱਖ ਰੀਜ਼ਨ ਇਹ ਆ ਕਿ ਉਂਗਲ ਫਿਰ ਉਹਨਾਂ ਵੱਲ ਨੂੰ ਆ ਜਾਣੀ ਹੈ ਜੀ, ਤੋ ਕੌਣ ਜਿਹੜਾ ਜੀ ਇਹ ਗੱਲ ਕਰੂਗਾ ਕਿ ਆ ਬੈਲ ਮੁਝੇ ਮਾਰ। ਜੀ ਬਿਲਕੁਲ, ਕਈ ਕੁਛ ਪੱਟਿਆ ਜਾਣਾ ਜੀ ਉੱਥੋਂ ਵੀ। ਤੇ ਅੱਗੇ ਗੱਲ ਕਰਦੇ ਹਾਂ ਜੀ ਮਨੀਸ਼ ਸਿਸੋਦੀਆ ਦੀ, ਉਹਨੇ ਚੁੱਪ-ਚਾਪ ਹੀ ਪੰਜਾਬ ਦੀ ਫੇਰੀ ਲਾਈ। ਬਿਲਕੁਲ ਜੀ, ਪੰਜਾਬ ਮਾਮਲਿਆਂ ਦੇ ਇੰਚਾਰਜ ਬਣਾਏ ਗਏ ਮਨੀਸ਼ ਸਿਸੋਦੀਆ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਉਹਨਾਂ ਨੇ 2 ਦਿਨ ਦੀ ਫੇਰੀ ਜਿਹੜੀ ਹੈ ਜੀ ਉਹ ਲਾਈ ਆ। ਜਲੰਧਰ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਉਹ ਆਏ ਸਨ ਔਰ ਇਹਦੇ ਦੌਰਾਨ ਅਗਾਊਂ ਮੀਟਿੰਗਾਂ ਦਾ ਕੁਝ ਪ੍ਰਬੰਧ ਕੀਤਾ ਗਿਆ ਸੀਗਾ।
ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ MLA ਤੇ ਅਹੁਦੇਦਾਰ ਜਿਹੜੇ ਨੇ ਉਹ ਵੱਖ-ਵੱਖ ਜ਼ੋਨ ਦੇ ਜਿਹੜੇ ਬਣਾਏ ਗਏ ਆ ਜਾਂ ਜਿਹੜੇ ਪ੍ਰਧਾਨ ਬਣਾਏ ਗਏ ਆ ਉਹਨਾਂ ਦੇ ਨਾਲ ਲੰਬੀਆਂ ਮੁਲਾਕਾਤਾਂ ਮਨੀਸ਼ ਸਿਸੋਦੀਆ ਹੋਰਾਂ ਨੇ ਕੀਤੀਆਂ ਨੇ। ਇਹ ਕਿਹਾ ਗਿਆ ਜੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਢਾਂਚਾ ਨਵੇਂ ਸਿਰੇ ਤੋਂ ਬਣਾਇਆ ਜਾਊਗਾ। ਇਹ ਵੀ ਪਤਾ ਲੱਗਾ ਕਿ PAC ਜਿਹੜੀ ਹੈ ਜੀ ਉਹ ਬਣਾਈ ਜਾ ਸਕਦੀ ਆ ਪੰਜਾਬ ਦੇ ਵਿੱਚ, ਜਾਂ ਕੋਰ ਕਮੇਟੀ ਜਿਹੜੀ ਆ ਉਹ ਖੜੀ ਕੀਤੀ ਜਾ ਸਕਦੀ ਹੈ। PAC ਦੇ ਵਿੱਚ ਮੈਂਬਰ ਜਿਹੜੇ ਜੀ ਕੀ ਸੈਂਟਰ ਤੋਂ ਵੀ ਹੋਣਗੇ, ਹਾਈ ਕਮਾਂਡ ਤੋਂ ਹੋਣਗੇ, ਜਾਂ ਕੋਰ ਕਮੇਟੀ ਜੇ ਬਣਦੀ ਹੈ ਤੇ ਉਹਨੂੰ ਹੈਂਡਲ ਕੌਣ ਕਰੂਗਾ, ਕੀ ਕੋਰ ਕਮੇਟੀ ਜਿਹੜੀ ਹੈ ਜੀ ਉਹ ਢਾਂਚੇ ਨੂੰ ਚਲਾਊਗੀ, ਪ੍ਰਧਾਨ ਜਿਹੜਾ ਜੀ ਉਹ ਪਾਸੇ ਕੀਤਾ ਜਾਊਗਾ, ਉਪ ਪ੍ਰਧਾਨ ਪਾਸੇ ਕੀਤਾ ਜਾਊਗਾ। ਇਹਦੇ ਬਾਰੇ ਦੇ ਵਿੱਚ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਜੀ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਇਹ ਕਿਹਾ ਗਿਆ ਜੀ ਕਿ ਜਿਹੜੇ ਮਨੀਸ਼ ਸਿਸੋਦੀਆ ਨੇ ਉਹ ਮੌਜੂਦਾ ਢਾਂਚੇ ਤੋਂ ਬਿਲਕੁਲ ਖੁਸ਼ ਨਹੀਂ। ਗੁਰਦਾਸਪੁਰ ਦੀ ਜ਼ਿਮਨੀ ਚੋਣ ਤੇ ਨਗਰ ਨਿਗਮ ਦੇ ਵਿੱਚ ਜਿਹੋ ਜਿਹੀ ਕਾਰਗੁਜ਼ਾਰੀ ਪਾਰਟੀ ਦੀ ਰਹੀ ਆ ਉਹਦੇ ਤੋਂ ਉਹ ਡਾਢੇ ਜਿਹੜਾ ਜੀ ਪਰੇਸ਼ਾਨ ਦੱਸੇ ਗਏ ਨੇ। ਇਹਨੂੰ ਲੈ ਕੇ ਕੁਝ ਚੇਂਜਸ ਜਿਹੜੀਆਂ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ। ਇਹ ਵੀ ਕਿਹਾ ਗਿਆ ਜੀ ਕਿ ਚਰਚਾ ਇਸ ਗੱਲ ਦੀ ਛੇੜੀ ਗਈ ਕਿ ਜਦੋਂ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਅਸਤੀਫਾ ਦਿੱਤਾ ਗਿਆ ਤਾਂ ਇਸ ਮੁੱਦੇ ਦੇ ਉੱਤੇ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਬਣਦੀ ਚਰਚਾ ਨਹੀਂ ਛੇੜੀ ਗਈ ਔਰ ਆਮ ਆਦਮੀ ਪਾਰਟੀ ਨੂੰ ਇਹਦਾ ਜਿਹੜਾ ਮਿਲਣਾ ਸੀ ਕ੍ਰੈਡਿਟ ਉਹ ਨਹੀਂ ਮਿਲਿਆ। ਬਹੁਤੇ ਜਿਹੜੇ ਨੇਤਾ ਸੀ ਉਹਨਾਂ ਨੇ ਇਹ ਕਿਹਾ ਕਿ ਇਹ ਮੁੱਦਾ ਅਸਲ ਦੇ ਵਿੱਚ ਰਾਣਾ ਗੁਰਜੀਤ ਵਰਸਸ ਸੁਖਪਾਲ ਸਿੰਘ ਖਹਿਰਾ ਉੱਭਰ ਆਇਆ ਔਰ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਜਿਹੜਾ ਜੀ ਉਹ ਨਹੀਂ ਬਣਾਇਆ ਜਾ ਸਕਿਆ। ਮਨੀਸ਼ ਸਿਸੋਦੀਆ ਹੋਰਾਂ ਦੀ ਇਹ ਫੇਰੀ ਤੇ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਮੁਲਾਕਾਤਾਂ ਜਿਹੜੀਆਂ ਜੀ ਉਹਨੂੰ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਜੀ ਕਿ ਢਾਂਚੇ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਛੇਤੀ ਆ ਸਕਦੀਆਂ ਨੇ ਪੰਜਾਬ 'ਚ। ਬਿਲਕੁਲ ਜੀ, ਆਉਣੀਆਂ ਵੀ ਚਾਹੀਦੀਆਂ। ਤੇ ਅਖੀਰ ਦੇ ਵਿੱਚ ਆਪਾਂ ਲੁਧਿਆਣਾ ਨਗਰ ਨਿਗਮ ਚੋਣ ਦੀ ਗੱਲ ਕਰਦੇ ਹਾਂ ਕਿ ਉਹ ਮਾਮਲਾ ਕਿੰਨਾ ਕੁ ਭਖਿਆ ਹੋਇਆ। ਇਸ ਵੇਲੇ ਤਕਰੀਬਨ ਪਾਰਟੀਆਂ ਦੇ ਜਿਹੜੇ ਜੀ ਅਹੁਦੇਦਾਰ ਐਲਾਨ ਦਿੱਤੇ ਗਏ ਆ, ਉਮੀਦਵਾਰ ਐਲਾਨ ਦਿੱਤੇ ਗਏ ਆ। ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਕਾਫੀ ਤੁਸੀਂ ਕਹਿ ਲਓ ਕਿ ਇਸ ਜਿਹੜੇ ਐਲਾਨੇ ਗਏ ਉਮੀਦਵਾਰ ਆ ਉਹਨੂੰ ਲੈ ਕੇ ਚਰਚਾ ਜਿਹੜਾ ਜੀ ਉਹ ਹੈ। ਬਾਗੀ ਸੁਰਾਂ ਜਿਹੜੀਆਂ ਜੀ ਉਹ ਉੱਠਦੀਆਂ ਨੇ ਕਿਉਂਕਿ ਕਾਂਗਰਸ ਵਾਲਿਆਂ ਨੂੰ ਉਹ ਲੱਗਦਾ ਕਿ ਨਿਗਮ ਦੇ ਉੱਤੇ ਉਹਨਾਂ ਦਾ ਕਬਜ਼ਾ ਜਿਹੜਾ ਜੀ ਹੋ ਸਕਦਾ ਹੈ, ਜਿਹਦੇ ਕਰਕੇ ਟਿਕਟਾਂ ਦੇ ਦਾਅਵੇਦਾਰ ਜਿਹੜੇ ਆ ਜੀ ਉਹ ਜ਼ਿਆਦੇ ਆ। ਇੱਥੇ ਤਿੰਨ ਧਿਰੀ ਟੱਕਰ ਦੇ ਅਸਾਰ ਜਿਹੜੇ ਆ ਜੀ ਉਹ ਬਣੇ ਹੋਏ ਆ ਕਿਉਂਕਿ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਇੱਕ ਧਿਰ ਹੈ, ਦੂਜੀ ਧਿਰ ਅਕਾਲੀ BJP ਹੈ ਤੇ ਤੀਜੀ ਧਿਰ ਸੱਤਾਧਾਰੀ ਧਿਰ ਕਾਂਗਰਸ ਹੈ। ਇੱਧਰ ਉੱਧਰ ਜਾਣ ਦਾ ਜਿਹੜਾ ਜੀ ਉਹ ਸਾਰਾ ਸਿਲਸਿਲਾ ਜਾਰੀ ਹੈ। ਕੋਈ ਇੱਧਰੋਂ ਉੱਧਰ ਚਲੇ ਗਿਆ, ਕੋਈ ਉੱਧਰੋਂ ਇੱਧਰ ਜਿਹੜਾ ਜੀ ਉਹ ਆ ਗਿਆ। ਤੋੜ ਭੰਨ ਜਿਹੜੀ ਹੈ ਜੀ ਉਹ ਪ੍ਰੋਪਰ ਕੀਤੀ ਜਾ ਰਹੀ ਹੈ। ਕਾਂਗਰਸੀ ਜਿਹੜੇ ਨੇ ਜੀ ਉਹਨਾਂ ਉਤਸ਼ਾਹ ਇੰਨਾ ਆ ਕਿ ਇੱਥੇ ਇੱਕ ਟਿਕਟ ਜਿਹੜੀ ਸੀ ਵਾਰਡ ਨੰਬਰ 39 ਤੋਂ ਜਦੋਂ ਜਾਰੀ ਹੋਈ ਕਾਂਗਰਸੀ ਆਗੂ ਜਸਵਿੰਦਰ ਸਿੰਘ ਠੁਕਰਾਲ ਦੀ ਘਰਵਾਲੀ ਜਸਪ੍ਰੀਤ ਠੁਕਰਾਲ ਨੂੰ ਤਾਂ ਪਟਾਕੇ ਚਲਾਏ ਗਏ। ਪਟਾਕਿਆਂ ਦੇ ਵਿੱਚ ਫਾਇਰਿੰਗ ਵੀ ਜਿਹੜੀ ਸੀ ਉਹ ਕੀਤੀ ਗਈ ਔਰ ਫਾਇਰਿੰਗ ਕਰਦਿਆਂ ਦੀ ਜਿਹੜੇ ਇਹਨਾਂ ਦੇ ਸਮਰਥਕ ਸੀ ਉਹਨਾਂ ਨੇ ਫੇਸਬੁੱਕ ਦੇ ਉੱਤੇ ਲਾਈਵ ਵੀ ਕਰ ਦਿੱਤਾ ਕਿ ਲਓ ਜੀ ਦੇਖੋ ਕਿੰਨੀ ਖੁਸ਼ੀ ਜਿਹੜੀ ਹੈ। ਪਟਾਕਿਆਂ ਦੇ ਨਾਲ ਨਾਲ ਪਿਸਤੌਲ ਲੈ ਕੇ ਜਿਹੜਾ ਇਹ ਉਮੀਦਵਾਰ ਨੇ ਉਹਦੇ ਸਮਰਥਕ ਜਿਹੜੇ ਜੀ ਉਹ ਗੋਲੀਆਂ ਚਲਾਉਂਦੇ ਨਜ਼ਰ ਆਏ। ਹਾਲਾਂਕਿ ਹੁਣ ਜਿਹੜਾ ਜੀ ਜਦੋਂ ਕਿਉਂਕਿ ਬੈਂਸ ਭਰਾ ਜਿਹੜੇ ਨੇ ਉਹਨਾਂ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਤਾ, ਮਾਮਲਾ ਜਿਹੜਾ ਜੀ ਉਹ ਦਰਜ ਕਰਵਾਤਾ। ਇਹ ਕਹਿੰਦੇ ਜੀ ਕਿ ਅਸੀਂ ਤਾਂ ਗੋਲੀਆਂ ਉੱਥੇ ਚਲਾਈਆਂ ਹੀ ਨਹੀਂ, ਇਹ ਜਿਹੜੀਆਂ ਵੀਡੀਓ ਸੀਗੀਆਂ ਕਿਸੇ ਨੇ ਗਲਤ ਅਪਲੋਡ ਕਰਤੀਆਂ ਤੇ ਸਾਨੂੰ ਬਦਨਾਮ ਕਰਨ ਦੇ ਵਾਸਤੇ ਵੀਡੀਓਜ਼ ਜਿਹੜੀਆਂ ਸੀਗੀਆਂ ਜੀ ਉਹ ਸਾਹਮਣੇ ਆ ਗਈਆਂ। ਇਹ ਇਸ ਕਰਕੇ ਦੱਸਿਆ ਜੀ ਕਿ ਕਿਹੋ ਜਿਹੀਆਂ ਇਹ ਚੋਣਾਂ ਹੋ ਸਕਦੀਆਂ ਨੇ। ਇਹਦਾ ਅੰਦਾਜ਼ਾ ਇੱਥੋਂ ਜਿਹੜਾ ਜੀ ਉਹ ਲਾਇਆ ਜਾ ਸਕਦਾ ਕਿ ਟਿਕਟ ਮਿਲਦੇ ਅਨੁਸਾਰ ਜਿਹੜੇ ਹਵਾ ਦੇ ਵਿੱਚ ਗੋਲੀਆਂ ਚਲਾ ਰਹੇ ਨੇ, ਜਦੋਂ ਹੌਲੀ ਹੌਲੀ ਇਹ ਚੋਣਾਂ ਜਿਹੜੀਆਂ ਜੀ ਅੱਗੇ ਨੂੰ ਵਧਣਗੀਆਂ ਤੇ ਕਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣ ਸਕਦੇ ਨੇ ਕਿਉਂਕਿ ਤਣਾਅ ਵਾਲੇ ਹਾਲਾਤ ਬਣਨ ਦੇ ਚਾਂਸਸ ਨੇ। ਬਾਕੀ ਨਗਰ ਨਿਗਮਾਂ ਦੇ ਵਿੱਚ ਜਿਹੜਾ ਜੀ ਉਹ ਜਿਸ ਕਿਸਮ ਦੇ ਨਾਲ ਬੂਥ ਦੇ ਉੱਤੇ ਕਬਜ਼ਾ ਕਰਕੇ ਜਿਵੇਂ ਜਿਹੜਾ ਜੀ ਉਹ ਸੱਤਾਧਾਰੀ ਧਿਰ ਨੇ ਇਹ ਜਿੱਤੀਆਂ ਨੇ ਚੋਣਾਂ, ਲੁਧਿਆਣਾ ਕੀ ਇਹੋ ਜਿਹੇ ਹਾਲਾਤਾਂ ਤੋਂ ਬਚਿਆ ਰਹੂਗਾ ਇਹ ਵੇਖਣ ਵਾਲੀ ਗੱਲ ਹੋਊਗੀ। ਪਰ ਇੱਥੇ ਟੱਕਰ ਤਿੰਨ ਧਿਰੀ ਜਿਹੜੀ ਹੈ ਜੀ ਉਹ ਹੋਣ ਕਰਕੇ ਹਾਲਾਤ ਤਣਾਅ ਵਾਲੇ ਜਿਹੜੇ ਆ ਉਹ ਬਣਦੇ ਜਾ ਰਹੇ ਆ। ਬਿਲਕੁਲ ਜੀ, ਜਦੋਂ ਇਹ ਪਾਵਰ ਚ ਆਉਣਗੇ ਤਾਂ ਫੇਰ ਕੀ ਕਰਨਗੇ, ਇਹ ਵੀ ਸੋਚਣ ਵਾਲੀ ਗੱਲ ਹੋਊਗੀ। ਧੰਨਵਾਦ ਬਲਤੇਜ ਪੰਨੂ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।